ਸਾਹਿਬਾ ਤੇ ਮਿਰਜ਼ੇ ਦੀ ਵਾਰਤਾਲਾਪ। ਸਾਹਿਬਾ ਤੇ ਮਿਰਜ਼ੇ ਦੀ ਵਾਰਤਾਲਾਪ ਦੇ ਵਿੱਚ ਇੱਥੇ ਇਹ ਗੱਲ ਕੀਤੀ ਗਈ ਹੈ ਕਿ ਜਦੋਂ ਜਿਹੜਾ ਆ ਮਿਰਜ਼ਾ ਸਾਹਿਬਾ ਨੂੰ ਘਰੋਂ ਕੱਢ ਕੇ ਲੈ ਜਾਂਦਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਆ ਸਾਹਿਬਾ ਦਾ ਜਿਹੜਾ ਵਿਆਹ ਆ ਉਹ ਉਵੇਂ ਹੀ ਧਰਿਆ ਧਰਾਇਆ ਘਰੇ ਰਹਿ ਜਾਂਦਾ ਹੈ। ਹੁਣ ਇਹਦੇ ਵਿੱਚ ਸਾਹਿਬਾ ਤੇ ਮਿਰਜ਼ੇ ਦੇ ਵਿੱਚ ਆਪਸੀ ਵਾਰਤਾਲਾਪ ਹੁੰਦੀ ਹੈ ਜਦੋਂ ਉਹ ਘਰੋਂ ਭੱਜ ਜਾਂਦੇ ਨੇ। ਸਾਹਿਬਾ ਕਹਿੰਦੀ ਹੈ, ਸਾਲੂ ਦਾ ਪੱਲਾ ਅਟਕਿਆ ਰੱਤਾ ਕੋ ਬੱਕੀ ਨੂੰ ਫੇਰ। ਸਾਹਿਬਾ ਜਿਹੜੀ ਹੈ ਜਦੋਂ ਘਰੋਂ ਚਲੇ ਜਾਂਦੇ ਨੇ ਤਾਂ ਜਿਹੜੀਆਂ ਉਹਨੂੰ ਉਥਾਲਣ ਵਾਸਤੇ ਜਿਹੜਾ ਕੰਧ ਦੇ ਉੱਪਰ ਕਿੱਲੀਆਂ ਜਿਹੜੀਆਂ ਗੱਡੀਆਂ ਹੋਈਆਂ ਸੀਗੀਆਂ ਮਿਰਜ਼ੇ ਨੇ, ਉਹਨਾਂ ਕਿੱਲੀਆਂ ਦੇ ਵਿੱਚ ਜਿਹੜਾ ਜਦੋਂ ਪੌੜੀ ਉਤਰ ਰਹੀ ਹੁੰਦੀ ਹੈ ਸਾਹਿਬਾ, ਤਾਂ ਸਾਹਿਬਾ ਨੂੰ ਕਿਹਾ ਗਿਆ ਕਿ ਤੇਰਾ ਜਿਹੜਾ ਆ, ਸਾਹਿਬਾ ਨੇ ਉਸਨੂੰ ਮਿਰਜ਼ੇ ਨੂੰ ਕਿਹਾ ਕਿ ਜਿਹੜਾ ਮੇਰੇ ਜਿਹੜੇ ਸਾਲੂ ਦਾ ਪੱਲਾ ਜਿਹੜਾ ਆ ਉਹ ਉੱਪਰ ਕਿੱਲੀ ਦੇ ਵਿੱਚ ਅੜ ਗਿਆ ਹੈ ਅਤੇ ਉਹਦਾ ਜਿਹੜਾ ਸਾਲੂ ਹੈ ਉਹ ਉੱਪਰ ਹੀ ਰਹਿ ਗਿਆ ਹੈ, ਦੁਪੱਟਾ ਉੱਤੇ ਹੀ ਰਹਿ ਗਿਆ ਹੈ। ਇਸ ਕਰਕੇ ਜਿਹੜਾ ਆ ਉਹ ਬੱਕੀ ਨੂੰ ਜਿਹੜਾ ਆ ਥੋੜ੍ਹਾ ਪਿੱਛੇ ਮੋੜੇ ਅਤੇ ਤਾਂ ਜੋ ਆਪਣੇ ਨਾਲ ਜਿਹੜਾ ਆ ਉਹ ਸਾਲੂ ਲੈ ਲਵੇ। ਪਰ ਅੱਗਿਓਂ ਮਿਰਜ਼ਾ ਕੀ ਕਹਿੰਦਾ? ਮਿਰਜ਼ਾ ਕਹਿੰਦਾ ਹੈ, ਅੱਗੇ ਘਰ ਬਾਪ ਦਾ 9 ਲੱਖਾਂ ਲੈ ਦਿਆਂ ਸਾਲੂਆਂ ਦਾ ਢੇਰ, ਚੜੀ ਰਹਿ ਬੱਕੀ ਦੀ ਬੇਲ 'ਤੇ ਸੁਖ ਮਿਰਜ਼ੇ ਦੀ ਲੋੜ। ਅਤੇ ਅੱਗਿਓਂ ਮਿਰਜ਼ਾ ਕਹਿੰਦਾ ਆ ਕਿ ਕੋਈ ਗੱਲ ਨਹੀਂ, ਤੂੰ ਸਾਲੂ ਦੀ ਪਰਵਾਹ ਨਾ ਕਰ, ਅੱਗਿਓਂ ਜਿਹੜਾ ਉਹ ਘਰ ਜਾ ਕੇ ਜਿਹੜਾ ਪਹੁੰਚ ਕੇ ਤੈਨੂੰ ਹੋਰ ਕੀਮਤੀ ਜਿਹੜੇ ਸਾਲੂ ਨੇ ਉਹ ਖਰੀਦ ਕੇ ਤੈਨੂੰ ਢੇਰ ਲਾ ਦੇਵੇਗਾ। ਪਰ ਤੂੰ ਜਿਹੜਾ ਆ ਨਿਸ਼ਚਿੰਤ ਹੋ ਕੇ ਬਿਨਾਂ ਕਿਸੇ ਫਿਕਰ ਤੋਂ ਬੱਗੀ ਦੀ ਪਿੱਠ ਦੇ ਉੱਤੇ ਬੈਠ ਜਾ ਅਤੇ ਜਿਸ ਦੇ ਨਾਲ ਜਿਹੜਾ ਆ ਉਹ ਆਪਣਾ ਫਿਕਰ ਛੱਡ ਦੇ ਅਤੇ ਹੁਣ ਅਸੀਂ ਜਿਹੜਾ ਆ ਅੱਗੇ ਚੱਲੀਏ ਅਤੇ ਤੂੰ ਜਿਹੜਾ ਆ ਮਿਰਜ਼ੇ ਦੀ ਸੁੱਖ ਮੰਗ। ਹੁਣ ਸਾਹਿਬਾ ਕਹਿ ਰਹੀ ਹੈ, ਮਾੜੀ ਤੇਰੀ ਟੈਰ ਕੀ ਮਿਰਜ਼ਿਆ ਲਿਆਇਆ ਕਿਧਰੋਂ ਟੋਰ, ਸੁੱਕਾ ਇਹਦਾ ਚੌਖਟਾ ਕਾਵਾਂ ਖਾਦੀ ਕਮਰੋੜ, ਜੇ ਘਰ ਨਾ ਆਹੀ ਤੇਰੇ ਬਾਪ ਦੇ ਮੰਗ ਲਿਆਂਦੋ ਹੋਰ, ਘੋੜੀ ਖੀਵੇ ਖਾਨ ਦੀ ਬੜੀ ਮਰਾਤਬ ਖੋਰ, ਭੱਜਿਆਂ ਨੂੰ ਜਾਣ ਨਾ ਦੇਣਗੇ ਉਦਲ ਗਈਆਂ ਦੇ ਚੋਰ, ਵਿੱਚ ਉਜਾੜਦੇ ਮਾਰਦੇ ਤੇਰੀ ਸੁੱਟਣ ਧੌਣ ਮਰੋੜ। ਠੀਕ ਹੈ। ਹੁਣ ਸਾਹਿਬਾ ਅੱਗੇ ਉਹਨੂੰ ਕਹਿ ਰਹੀ ਹੈ ਕਿ ਸਾਹਿਬਾ ਮਿਰਜ਼ੇ ਦੀ ਜਿਹੜੀ ਇਹ ਮਾੜੀ ਜਿਹੜੀ ਘੋੜੀ ਦੇਖ ਕੇ ਜਿਹੜਾ ਉਹਨੂੰ ਬਹੁਤ ਬੋਲਦੀ ਹੈ ਕਿ ਤੇਰੀ ਜਿਹੜੀ ਘੋੜੀ ਹੈ ਉਹ ਨਿਰੀ ਟਾਇਰ ਜਿਹੀ ਲੱਗਦੀ ਹੈ, ਬੜੀ ਮਾੜੀ ਲੱਗਦੀ ਹੈ ਅਤੇ ਤੂੰ ਇਹਨੂੰ ਲੈ ਕੇ ਕਿੱਥੋਂ ਆਇਆ ਹੋਇਆ। ਅਤੇ ਇਸ ਦਾ ਜਿਹੜਾ ਪਿੰਜਰ ਜਿਹੜਾ ਆ ਘੋੜੀ ਦਾ ਜਿਹੜਾ ਸਟਰਕਚਰ ਜਿਹੜਾ ਹੈਗਾ, ਪਿੰਜਰ ਜਿਹੜਾ ਕਹਿੰਦੀ ਉਹ ਸੁੱਕਾ ਪਿਆ ਹੈਗਾ ਆ ਅਤੇ ਇਹਦੇ ਨਾਲ ਜਿਹੜੀ ਇਹਦੀ ਰੀੜ੍ਹ ਦੀ ਹੱਡੀ ਇੱਦਾਂ ਲੱਗਦੀ ਪਈ ਹੈ ਕਿ ਜਿਵੇਂ ਇਹਨਾਂ ਕਾਵਾਂ ਨੇ ਖਾਧੀ ਹੋਈ ਹੈ। ਅੱਗੇ ਸਾਹਿਬਾ ਕਹਿੰਦੀ ਹੈ ਕਿ ਤੇਰੇ ਬਾਪ ਦੇ ਘਰ ਚੰਗੀ ਤਕੜੀ ਘੋੜੀ ਨਹੀਂ ਸੀਗੀ ਵੀ ਤੂੰ ਇਹ ਮਾੜੀ ਜਿਹੀ ਘੋੜੀ ਲੈ ਕੇ ਆ ਗਿਆ, ਤਾਂ ਤੂੰ ਕਿਸੇ ਹੋਰ ਦੀ ਹੀ ਮੰਗ ਕੇ ਲੈ ਆਂਦਾ ਮੈਨੂੰ ਲੈਣ ਵਾਸਤੇ, ਅਤੇ ਮੇਰੇ ਬਾਪ ਖੀਵੇ ਖਾਨ ਦੀ ਘੋੜੀ। ਹੁਣ ਸਾਹਿਬਾ ਕਹਿੰਦੀ ਹੈ ਕਿ ਮੇਰੇ ਜਿਹੜਾ ਬਾਪ ਆ ਖੀਵੇ ਖਾਨ ਦੀ ਜਿਹੜੀ ਘੋੜੀ ਆ ਉਹ ਕਹਿੰਦਿਆਂ ਕਹਾਉਂਦਿਆਂ ਘੋੜੀਆਂ ਨੂੰ ਮਾਤ ਪਾਉਣ ਵਾਲੀ ਹੈਗੀ ਹੈ, ਅਤੇ ਇਹੋ ਜਿਹੀਆਂ ਜਿਹੜੀਆਂ ਘੋੜੀਆਂ ਨੇ ਉੱਤੇ ਸਵਾਰੀ ਕਰਕੇ ਉਹ ਉਥਲ ਗਈ ਅਤੇ ਚੋਰ ਨੂੰ ਭੱਜ ਕੇ ਬਹੁਤ ਦੂਰ ਨਹੀਂ ਜਾਣਗੇ। ਅਤੇ ਇਸ ਤਰ੍ਹਾਂ ਅੱਗੇ ਕਹਿੰਦੀ ਹੈ ਕਿ ਤੈਨੂੰ ਅਤੇ ਮੈਨੂੰ ਰਸਤੇ ਵਿੱਚ ਹੀ ਕਾਬੂ ਕਰ ਲੈਣਗੇ ਅਤੇ ਅਸੀਂ ਜਿਹੜਾ ਆ ਉਹ ਜਲਦੀ ਜਿਹੜਾ ਆ ਫੜੇ ਜਾਵਾਂਗੇ ਅਤੇ ਉਹ ਸਾਡੀ ਇਸ ਉਜਾੜ ਦੇ ਵਿੱਚ ਜਿਹੜਾ ਆ ਸੁੰਨਸਾਨ ਰਸਤੇ ਸਾਡੀ ਧੌਣ ਜਿਹੜੀ ਉਹ ਮਰੋੜ ਕੇ ਸਾਨੂੰ ਮਾਰ ਕੇ ਸੁੱਟ ਦੇਣਗੇ। ਅਤੇ ਇਸ ਤਰ੍ਹਾਂ ਜਿਹੜਾ ਆ ਉਹ ਇਹਦੇ ਵਿੱਚ ਜਿਹੜਾ ਆ ਸਾਹਿਬਾ ਜਿਹੜੀ ਮਿਰਜ਼ੇ ਦੀ ਮਾੜੀ ਘੋੜੀ ਜਿਹੜੀ ਹੈ ਉਹਦੀ ਜਿਹੜੀ ਗੱਲ ਕਰਦੀ ਪਈ ਹੈ ਕਿ ਤੂੰ ਜਿਹੜਾ ਆ ਕਿ ਹੋਰ ਕੋਈ ਚੰਗੀ ਘੋੜੀ ਚਾਹੇ ਕਿਸੇ ਦੀ ਹੀ ਮੰਗ ਕੇ ਕਿਉਂ ਨਾ ਲੈ ਆਉਂਦਾ। ਹੁਣ ਅੱਗੇ ਮਿਰਜ਼ਾ ਕੀ ਜਵਾਬ ਦਿੰਦਾ, ਕੰਨ ਲੰਮੇ ਖੁਰ ਪਤਲੇ ਦੁਮ ਬੱਕੀ ਦੀ ਸਿਆਹ, ਦੇਖ ਕੇ ਇਸ ਦੀ ਤੋਰ ਨੂੰ ਝੋਰੇ ਚਿੱਤ ਨਾ ਪਾ, ਬਈ ਡੋਗਰ ਜਿਨ੍ਹਾਂ ਦੇ ਬਹਿਣ ਪੁਆਂਦੀ ਆ, ਬਾਪ ਦੇ ਖੱਤਿਆਂ ਚਰ ਕੇ ਬੱਕੀ ਨੇ ਲਈਆਂ ਬਣਾ, 10 ਮਹੀਆਂ ਦਾ ਘਿਓ ਦਿੱਤਾ ਬੱਕੀ ਦੇ ਢਿੱਡ 'ਚ ਪਾ, ਬੱਕੀ ਤੋਂ ਡਰਨ ਫਰਿਸ਼ਤੇ ਤੇ ਮੈਥੋਂ ਡਰੇ ਖੁਦਾ, ਚੁੱਭੀ ਵਿੱਚ ਪਤਾਲ ਲਾ ਉੱਡ ਕੇ ਚੜੇ ਆਕਾਸ਼, ਚੜ੍ਹਨਾ ਆਪਣੀ ਮੌਜ ਨੂੰ ਬੱਕੀ ਨੂੰ ਲਾਜ ਨਾ
ਲਾ। ठीक है, हुण इस वार्तालाप दे विच जिहड़ा आ मिर्ज़ा जिहड़ा ਉਹ ਸਾਹਿਬਾਂ ਨੂੰ ਜਦੋਂ ਕੱਢ ਕੇ ਲੈ ਕੇ ਜਾਂਦਾ ਤੇ ਉਸ ਤੋਂ ਬਾਅਦ ਉਹ ਜਵਾਬ ਦਿੰਦਾ ਜਦੋਂ ਉਹਨੂੰ ਕਿਹਾ ਜਾਂਦਾ ਹੈ ਕਿ ਤੂੰ ਜਿਹੜੀ ਘੋੜੀ ਬਹੁਤ ਮਾੜੀ ਲੈ ਕੇ ਆਇਆ, ਤੇ ਉਸ ਤੋਂ ਬਾਅਦ ਹੁਣ ਜਵਾਬ ਦਿੰਦਾ ਮਿਰਜ਼ਾ। ਉਹ ਕਹਿੰਦਾ ਕਿ ਮੇਰੀ ਘੋੜੀ ਜਿਹੜੀ ਹੈ ਉਹਦੇ ਵਿੱਚ ਤੂੰ ਨੁਕਸ ਨਾ ਕੱਢ। ਠੀਕ ਹੈ, ਇਸ ਕਰਕੇ ਇਹਦੇ ਜਿਹੜੇ ਘੋੜੀ ਦੇ ਜਿਹੜੇ ਕੰਨ ਜਿਹੜੇ ਨੇ ਉਹ ਲੰਬੇ ਨੇ ਤੇ ਖੁਰ ਜਿਹੜੇ ਨੇ ਉਹ ਪਤਲੇ ਤੇ ਦੁੰਬ ਜਿਹੜੀ ਹੈ ਕਾਲੀ ਹੈ। ਖੁਰ ਮਤਲਬ ਜਿਹੜੇ ਪੈਰ ਉਹਦੇ ਤੇ ਦੁੰਬ ਜਿਹੜੀ ਉਹਦੀ ਜਿਹੜੀ ਪੂਛ ਜਿਹੜੀ ਉਹ ਕਾਲੀ ਹੈ। ਉਸਦੀ ਜਿਹੜੀ ਘੋੜੀ ਦੀ ਤੋਰ ਇੱਦਾਂ ਵੀ ਦੇਖ ਕੇ ਉਹ ਫਿਕਰ ਨਾ ਕਰੇ। ਠੀਕ ਹੈ, ਅਸਲ ਵਿੱਚ ਇਹ ਜਿਹੜੀ ਘੋੜੀ ਹੈਗੀ ਹੈ ਬਹੁਤ ਹੀ ਜ਼ਿਆਦਾ ਜਿਹੜੀ ਉਹ ਤੇਜ਼ ਦੌੜਨ ਵਾਲੀ ਹੈਗੀ ਹੈ, ਤੇ ਇਸ ਘੋੜੀ ਨੇ ਜਿਹੜਾ ਸੀਗਾ ਉਹ ਮੇਰੇ ਬਾਪ ਦੇ ਖੇਤਾਂ ਦੇ ਵਿੱਚ ਚਰ ਕੇ ਆਪਣੀ ਸਿਹਤ ਬਣਾਈ ਹੋਈ ਹੈ, ਜਿਸ ਦੀ ਅਧੀਨਗੀ ਜਿਹੜੀ ਕਹਿੰਦੇ ਕਿ 22 ਧਾਰਾਂ ਦੇ ਪਹਾੜੀ ਰਾਜੇ ਵੀ ਮੰਨਦੇ ਹਨ ਕਿ ਉਹ ਵੀ ਉਸ ਦੇ ਨਾਲ ਮੰਜੇ ਉੱਤੇ ਸਰਾਂਦੀ ਨਹੀਂ ਸਗੋਂ ਪੁਆਂਦੀ ਵੱਲ ਬੈਠਦੇ ਹਨ। ਕਿ ਜਿਹੜੀ ਮੇਰੀ ਇਸ ਘੋੜੀ ਹੈ ਇਹਨੇ 10 ਮਹੀਆਂ ਦਾ 10 ਮੱਝਾਂ ਦਾ ਜਿਹੜਾ ਘਿਓ ਚਾਰਿਆ ਹੋਇਆ ਹੈ, ਤੇ ਇੰਨੀ ਤਾਕਤਵਰ ਹੈਗੀ ਹੈ ਕਿ ਇਸ ਪਾਸੋਂ ਤਾਂ ਕਹਿੰਦੇ ਕਿ ਫਰਿਸ਼ਤੇ ਵੀ ਭੈ ਖਾਂਦੇ ਨੇ। ਭੈ ਮਤਲਬ ਡਰ ਖਾਂਦੇ ਨੇ। ਜਦੋਂ ਮੈਂ ਇਸ ਉੱਪਰ ਇੱਕ ਵਾਰੀ ਸਵਾਰੀ ਕਰਦਾ ਹਾਂ ਤਾਂ ਮੇਰੇ ਕੋਲ ਰੱਬ ਵੀ ਡਰਦਾ ਹੈ। ਤੇ ਕਹਿੰਦਾ ਕਿ ਇਹ ਜਿਹੜੀ ਮਾੜੀ ਦਿਖਾਈ ਦੇਣ ਵਾਲੀ ਘੋੜੀ ਜਿਹੜੀ ਹੈ, ਜਿਹੜੀ ਤੂੰ ਇਹਨੂੰ ਦੇਖ ਕੇ ਤੂੰ ਕਹਿ ਰਹੀ ਹੈ ਕਿ ਇਹ ਮਾੜੀ ਘੋੜੀ ਹੈ, ਪਰ ਕਹਿੰਦਾ ਕਿ ਇਹ ਮਾੜੀ ਜਿਹੜੀ ਘੋੜੀ ਹੈ ਇਹ ਚੁੱਭੀ ਮਾਰ ਕੇ ਪਤਾਲ ਦੇ ਵਿੱਚ ਪਹੁੰਚਣ ਅਤੇ ਉਡਾਰੀ ਮਾਰ ਕੇ ਆਕਾਸ਼ ਦੇ ਵਿੱਚ ਪਹੁੰਚਣ ਦੀ ਸਮਰੱਥਾ ਰੱਖਦੀ ਹੈ। ਕਿਉਂਕਿ ਹੁਣ ਇਸ ਸਮੇਂ ਜਿਹੜਾ ਮਿਰਜ਼ਾ ਜਿਹੜਾ ਉਹ ਵੀ ਹੰਕਾਰ ਦੇ ਵਿੱਚ ਜਿਹੜਾ ਆ ਕੇ ਜਿਹੜਾ ਆ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਸ਼ੁਰੂ ਕਰ ਦਿੰਦਾ ਹੈ। ਤੇ ਉਹ ਕਹਿੰਦੇ ਕਿ ਜੇਕਰ ਤੇਰਾ ਜਿਹੜਾ ਦਿਲ ਜਿਹੜਾ ਆ ਉਹ ਪਿਆਰ ਨਿਭਾਉਣ ਨੂੰ ਕਰਦਾ ਹੈ ਤਾਂ ਤੂੰ ਇਸ ਘੋੜੀ ਦੇ ਉੱਤੇ ਚੜ ਜਾ, ਨਹੀਂ ਤਾਂ ਐਵੇਂ ਮੇਰੀ ਘੋੜੀ ਨੂੰ ਬਦਨਾਮ ਨਾ ਕਰ। ਠੀਕ ਹੈ, ਇਹ ਸਾਰੀ ਜਿਹੜੀ ਵਾਰਤਾਲਾਪ ਜਿਹੜੀ ਜਦੋਂ ਮਿਰਜ਼ਾ ਜਿਹੜਾ ਆ ਸਾਹਿਬਾਂ ਨੂੰ ਉਥਾਲਣ ਲਈ ਲੈ ਕੇ ਜਾਂਦਾ ਤੇ ਉਸ ਸਮੇਂ ਜਿਹੜਾ ਦੋਨਾਂ ਧਿਰਾਂ ਦੇ ਵਿੱਚ ਵਾਰਤਾਲਾਪ ਹੁੰਦੀ ਹੈ। ਅੱਗੇ ਹੈ ਡੋਗਰ ਦਾ ਖੀਵੇਂ ਖਾਨ ਨੂੰ ਸਾਹਿਬਾਂ ਦੇ ਜਾਣ ਬਾਰੇ ਦੱਸਣਾ। ਹੁਣ ਅੱਗੇ ਹੈ ਡੋਗਰ ਖਾਨ ਜਿਹੜੀਆਂ ਕਹਿੰਦੇ ਇਹ 17 ਨੇ, ਇਹਨਾਂ ਦੇ ਵਿੱਚ ਉਦੋਂ ਹੁੰਦਾ ਕਿ ਜਦੋਂ ਮਿਰਜ਼ਾ ਜਿਹੜਾ ਸਾਹਿਬਾਂ ਨੂੰ ਉਥਾਲ ਕੇ ਲੈ ਜਾਂਦਾ ਤਾਂ ਪਿੱਛੋਂ ਜਿਹੜੇ ਨੇ ਡੋਗਰ ਜਿਹੜੇ ਨੇ ਉਹ ਰੋਲਾ ਪਾਉਣ ਲੱਗ ਜਾਂਦੇ ਨੇ ਤੇ ਸਿਆਲਾਂ ਦੇ ਦੁਆਰਾ ਜਿਹੜਾ ਆ ਉਹਨਾਂ ਦਾ ਪਿੱਛਾ ਕਰਨ ਦਾ ਫੈਸਲਾ ਕਰਨ ਦਾ ਯਤਨ ਕਰਦਾ ਕਿ ਹੁਣ ਉਸ ਤੋਂ ਬਾਅਦ ਜਿਹੜਾ ਸਾਹਿਬਾਂ ਦੇ ਜਿਹੜੇ ਘਰ ਦੇ ਪਰਿਵਾਰ ਦੇ ਨੇ ਉਹ ਜਿਹੜਾ ਆ ਹੁਣ ਉਹਨਾਂ ਦਾ ਪਿੱਛਾ ਕਰਨ ਦੇ ਲਈ ਤਿਆਰ ਹੁੰਦੇ ਨੇ। ਫਿਰੋਜ਼ ਡੋਗਰ ਕੂਕਿਆ ਸੁਣ ਖਾਨ ਖਿਵੇਂ ਮੇਰੀ ਬਾਤ, ਸਾਹਿਬਾਂ ਨੂੰ ਮਿਰਜ਼ਾ ਲੈ ਗਿਆ ਰੋਂਦੀ ਕੁੰਡੀ ਦੀ ਬਾਰ, ਲਾ ਗਿਆ ਲਾਜ ਸਿਆਲਾਂ ਨੂੰ ਗਿਆ ਸੀ ਦਾਗ ਲਾ, ਘੋੜੇ ਪਾਓ ਭੈਂਖਰਾਂ ਪੈਦਲ ਹੋ ਜਾਣ ਸਵਾਰ, ਰਸਤੇ ਪਵੋ ਪੈਦਲੇ ਮੁੰਡ ਮਲੋ ਅਸਵਾਰ, ਸ਼ਾਵਾ ਮਿਰਜ਼ਾ ਮਾਰ ਨਾ ਕਰਕੇ ਕੌਲ ਕਰਾਰ। ਹੁਣ ਮਿਰਜ਼ਾ ਜਿਹੜਾ ਆ ਜਦੋਂ ਸਾਹਿਬਾਂ ਨੂੰ ਉਥਾਲ ਕੇ ਲੈ ਜਾਂਦਾ ਤਾਂ ਪਿੱਛੋਂ ਜਿਹੜੇ ਫਿਰੋਜ਼ ਡੋਗਰ ਨੂੰ ਇਸ ਗੱਲ ਦਾ ਜਦੋਂ ਪਤਾ ਲੱਗ ਜਾਂਦਾ ਹੈ ਤਾਂ ਉਹ ਸਾਹਿਬਾਂ ਦੇ ਬਾਪ ਖੀਵੇ ਖਾਨ ਨੂੰ ਕਹਿੰਦਾ ਹੈ ਕਿ ਉਸਦੀ ਇਸ ਗੱਲ ਨੂੰ ਧਿਆਨ ਦੇ ਨਾਲ ਸੁਣੇ ਕਿ ਸਾਹਿਬਾਂ ਦੀ ਜਿਹੜੀ ਮਾਂ ਜਿਹੜੀ ਹੈ ਉਹ ਕੁੰਦੀ ਸਾਹਿਬਾਂ ਦੀ ਮਾਂ ਦਾ ਨਾਂ ਹੈ ਕੁੰਦੀ, ਬੂਹੇ ਦੇ ਵਿੱਚ ਉੱਚੀ ਉੱਚੀ ਰੋ ਰਹੀ ਹੈ ਕਿ ਮਿਰਜ਼ਾ ਸਾਹਿਬਾਂ ਨੂੰ ਕੱਢ ਕੇ ਲੈ ਗਿਆ ਹੈ ਤੇ ਉਹਨਾਂ ਦੀ ਇੱਜ਼ਤ ਨੂੰ ਦਾਗ ਲਾ ਗਿਆ ਹੈ। ਹੁਣ ਸਾਰੇ ਜਣੇ ਜਿਹੜੇ ਰਲ ਕੇ ਉਸਦਾ ਪਿੱਛਾ ਕਰਨ ਲੱਗ ਪੈਂਦੇ ਨੇ। ਘੋੜੀਆਂ ਦੇ ਉੱਪਰ ਝੁੱਲ ਪਾ ਲਵੋ ਅਤੇ ਪੈਦਲ ਦੇ ਵਿੱਚ ਜਿਹੜਾ ਸਵਾਰ ਹੋ ਕੇ ਉਸਦਾ ਪਿੱਛਾ ਕਰਨ ਲਈ ਚੱਲ ਪਏ ਕਿ ਉਸ ਸਮੇਂ ਜਿਹਦੇ ਕੋਲ ਜੋ ਵੀ ਸੀ ਸਾਧਨ ਉਹ ਉਹਨਾਂ ਦਾ ਪਿੱਛਾ ਕਰਨ ਲਈ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਪੈਦਲ ਤੇ ਸਵਾਰ ਸਾਰੇ ਇਕੱਠੇ ਹੋ ਕੇ ਇਸ ਕੰਮ ਲਈ ਤੁਰ ਪੈਣ। ਅੱਜ ਸਾਰਿਆਂ ਨੇ ਇਕੱਠਿਆਂ ਹੋ ਕੇ ਜਿਹੜਾ ਆ ਉਹ ਮਿਰਜ਼ੇ ਨੂੰ ਜਿਹੜਾ ਆ ਮਾਰਨ ਦਾ ਕੰਮ ਕਰਨਾ ਹੈ। ਕਿ ਪਹਿਲਾਂ ਹੀ ਜਿਹੜਾ ਮਿਰਜ਼ੇ ਦੀ ਮਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਸਿਆਲਾਂ ਦੇ ਲੋਕ ਜਿਹੜੇ ਨੇ ਉਹ ਚੰਗੇ ਨਹੀਂ ਹੈਗੇ ਤੇ ਇਸ ਕਰਕੇ ਜਿਹੜਾ ਉਹ ਤੈਨੂੰ ਮਾਰ ਦੇਣਗੇ, ਇਸ ਕਰਕੇ ਤੂੰ ਜਿਹੜਾ ਆ ਨਾ ਜਾ। ਪਰ ਮਿਰਜ਼ਾ ਜਿਹੜਾ ਉਹ ਹੰਕਾਰ ਦੇ ਵਿੱਚ ਆਇਆ ਹੁੰਦਾ ਪਰ ਉਹ ਜਿਹੜਾ ਆ ਨਹੀਂ ਮੰਨਦਾ। ਹੁਣ ਅੱਗੇ ਹੈ ਸਾਹਿਬਾਂ ਅਤੇ ਮਿਰਜ਼ਾ। ਸਾਹਿਬਾਂ ਅਤੇ ਮਿਰਜ਼ਾ ਦੇ ਵਿੱਚ ਵਾਰਤਾਲਾਪ ਹੋਣੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ। ਫਿਰ ਜਦੋਂ ਘਰੋਂ ਚਲੇ ਜਾਂਦੇ ਨੇ, ਵਾਰਤਾਲਾਪ ਕਦੋਂ ਹੋ ਰਹੀ ਹੈ? ਜੰਡ ਦੇ ਸਾਹਿਬਾਂ ਕਹਿੰਦੀ ਹੈ ਜੰਡ ਦੇ ਹੇਠ ਜੱਟ ਸੌ ਰਿਹਾ, ਉੱਠ ਕੇ ਸੁਰਤ ਸੰਭਾਲ, ਬੱਕੀ ਤੈਨੂੰ ਛੱਡ ਕੇ ਉੱਠ ਗਈ ਜਿਸ ਉੱਤੇ ਬੜਾ ਇਤਬਾਰ, ਨਾਰਦ ਛੱਡ ਕੇ ਉੱਠ ਗਿਆ ਤੇਰਾ ਮੁੱਢ ਕਦੀਮਾਂ ਦਾ ਯਾਰ,
ਮਾਰਨ ਸਾਹਿਬਾਂ ਨੂੰ ਆ ਗਿਆ ਜਿੰਦਾ ਕਰਦਾ ਨਾ ਸੀ ਇਤਬਾਰ। ਠੀਕ ਹੈ, ਹੁਣ ਮਿਰਜ਼ਾ ਜਿਹੜਾ ਆ ਉਹ ਇੱਕ ਜੰਡ ਦੇ ਹੇਠਾਂ ਜਿਹੜਾ ਆ ਉਹ ਰੁਕ ਜਾਂਦੇ ਨੇ। ਕਾਫੀ ਲੰਮਾ ਸਮਾਂ ਪੈਂਡਾ ਤੈਅ ਕਰਕੇ ਉਹ ਇੱਕ ਜਗ੍ਹਾ 'ਤੇ ਰੁਕ ਜਾਂਦੇ ਨੇ ਅਤੇ ਉਸ ਸਮੇਂ ਮਿਰਜ਼ੇ ਨੂੰ ਵੀ ਆਪਣੇ ਅੰਦਰ ਹੰਕਾਰ ਹੁੰਦਾ ਕਿ ਕੋਈ ਗੱਲ ਨਹੀਂ, ਉਸਦੇ ਕੋਲ ਉਸਦੀ ਘੋੜੀ ਹੈਗੀ, ਉਸਦੇ ਕੋਲ ਉਸਦੇ ਤੀਰ ਹੈਗੇ ਨੇ, ਤਾਂ ਉਹ ਜਿਹੜਾ ਕਿਸੇ ਦਾ ਹਰ ਇੱਕ ਦਾ ਮੁਕਾਬਲਾ ਕਰਨ ਲਈ ਤਿਆਰ ਹੈਗਾ। ਅਤੇ ਉਹ ਥੋੜ੍ਹਾ ਸਮੇਂ ਦੇ ਲਈ ਜਿਹੜਾ ਆ ਰਸਤੇ ਵਿੱਚ ਆਰਾਮ ਕਰਨ ਲਈ ਜੰਡ ਹੇਠਾਂ ਜਿਹੜਾ ਇੱਕ ਦਰੱਖਤ ਦੇ ਹੇਠਾਂ ਜਿਹੜਾ ਲੰਮੇ ਪੈ ਜਾਂਦੇ ਨੇ। ਪਰ ਜਿਹੜੀ ਸਾਹਿਬਾ ਹੁੰਦੀ ਹੈ ਉਹ ਉਹਨੂੰ ਇਸ ਚੀਜ਼ ਤੋਂ ਰੋਕਦੀ ਹੈ। ਤਾਂ ਸਾਹਿਬਾ ਕਹਿੰਦੀ ਹੈ ਵੀ ਉਹਨੂੰ ਬਾਰ-ਬਾਰ ਚੇਤਾਵਨੀ ਦਿੰਦੀ ਹੈ, ਉਹਨੂੰ ਸਲਾਹ ਦਿੰਦੀ ਹੈ ਵੀ ਤੂੰ ਜਿਹੜਾ ਆ ਉਹ ਦਾਨਾਬਾਦ ਪਹੁੰਚ ਜਾਵੀਂ, ਉੱਥੇ ਜਾ ਕੇ ਆਰਾਮ ਕਰ ਲਵੀਂ, ਵੀ ਪਹਿਲਾਂ ਆਪਾਂ ਕਿਤੇ ਨਾ ਰੁਕੀਏ। ਹੁਣ ਅੱਗੇ ਹੈ ਸਾਹਿਬਾ ਕਹਿ ਰਹੀ ਹੈ ਸਾਹਿਬਾ ਕਹਿ ਰਹੀ ਹੈ ਮਿਰਜ਼ੇ ਨੂੰ ਕਿ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਆ ਉਹ ਦਾਨਾਬਾਦ ਪਹੁੰਚ ਕੇ ਜਿਹੜਾ ਆ ਉਹ ਆਪਣੀ ਜਾਨ ਜਿਹੜੀ ਆ ਲੁਕਾਉਣੀ ਚਾਹੀਦੀ ਹੈ। ਪਰੰਤੂ ਤੂੰ ਤਾਂ ਜਿਹੜਾ ਜੰਡ ਦੇ ਹੇਠ ਹੀ ਸੋ ਰਿਹਾ ਹੈ। ਠੀਕ ਹੈ, ਤੂੰ ਉੱਠ ਕੇ ਜਿਹੜਾ ਹੁਣ ਆਪਣੀ ਸੁੱਤ ਜਿਹੜੀ ਉਹ ਸੰਭਾਲ ਕਿ ਤੇਰੇ ਸੁੱਤਿਆਂ ਜਿਹੜੀ ਤੇਰੀ ਬੱਕੀ ਹੈਗੀ ਹੈ, ਜਿਹੜੀ ਤੇਰੀ ਘੋੜੀ ਹੈਗੀ, ਉਹ ਵੀ ਤੈਨੂੰ ਛੱਡ ਕੇ ਚਲੀ ਗਈ ਹੈਗੀ ਹੈ, ਕਿ ਜਿਸ ਉੱਤੇ ਤੂੰ ਬੜਾ ਜ਼ਿਆਦਾ ਮਾਣ ਕਰਦਾ ਸੀ ਉਹ ਵੀ ਤੈਨੂੰ ਛੱਡ ਕੇ ਚਲੀ ਗਈ ਹੈ। ਅਤੇ ਤੂੰ ਜਿਹੜਾ ਆ ਲੁੱਤੀਆਂ ਲਾਉਣ ਵਾਲਾ ਜਿਹੜਾ ਨਾਰਦ ਹੈਗਾ ਆ, ਜਿਸ ਨੂੰ ਤੂੰ ਆਪਣਾ ਪੁਰਾਣਾ ਯਾਰ ਸਮਝਦਾ ਸੀਗਾ, ਉਹ ਵੀ ਤੈਨੂੰ ਛੱਡ ਕੇ ਜਿਹੜਾ ਉਹ ਚਲਾ ਗਿਆ ਆ ਅਤੇ ਦੁਸ਼ਮਣਾਂ ਦੇ ਨਾਲ ਜਾ ਕੇ ਮਿਲਿਆ ਹੈਗਾ ਆ। ਅਤੇ ਉਸ ਸਿੱਖੇ ਸਿਖਾਏ ਹੁਣ ਉਹ ਸਾਹਿਬਾ ਨੂੰ ਮਾਰਨ ਦੇ ਲਈ ਜਿਹੜਾ ਹੈ ਉਹਨਾਂ ਦੇ ਮਗਰ ਆ ਰਹੇ ਨੇ। ਇਸ ਗੱਲ ਨੂੰ ਜਿਹੜਾ ਆ ਉਹ ਸਾਹਿਬਾ ਜਿਹੜੀ ਆ ਉਹਨੂੰ ਬਾਰ-ਬਾਰ ਕਹਿੰਦੀ ਹੈ ਕਿ ਰਸਤੇ ਵਿੱਚ ਸੌਣ ਦੀ ਥਾਂ ਜਿਹੜਾ ਆ ਜਦੋਂ ਉਹ ਆਪਣੇ ਪਿੰਡ ਦਾਨਾਬਾਦ ਚਲਾ ਗਿਆ, ਉੱਥੇ ਜਾ ਕੇ ਜਿਹੜਾ ਆ ਉਹ ਆਰਾਮ ਕਰ ਲਵੇ। ਅੱਗਿਓਂ ਮਿਰਜ਼ਾ ਕਹਿੰਦਾ ਮੇਰੇ ਉੱਪਰ ਨਾ ਕੋਈ ਦਿਖਦਾ ਸੂਰਮਾ ਜਿਹੜਾ ਮੇਰੇ ਪੁਰਵਾਰ ਕਰੇ, ਮਾਰ ਕੋਹਾਂ ਤੇਰੇ ਜਿੰਨੇ ਨੇ ਪਾਸ ਤੇਰੇ ਵੀਰ ਖੜੇ, ਝਟਕੂ ਝੂਟਾ ਜੰਡ ਹੇਠ ਲੈਣ ਦੇ ਜਿਹੜੀ ਖੁਦਾ ਕਰੇ, ਅੱਜ ਦੀ ਘੜੀ ਸੋ ਲੈਣ ਦੇ ਦੂਜੀ ਘੜੀ ਦਾਨਾਬਾਦ ਵੜੇ। ਹੁਣ ਅੱਗਿਓਂ ਮਿਰਜ਼ਾ ਕੀ ਜਵਾਬ ਦਿੰਦਾ ਹੈ? ਮਿਰਜ਼ਾ ਕਹਿੰਦਾ ਹੈ ਕਿ ਜਿਹੜਾ ਉਹ ਕਿਸੇ ਚੀਜ਼ ਦੀ ਜਿਹੜੀ ਪਰਵਾਹ ਨਾ ਕਰੇ, ਕਿਉਂਕਿ ਉਹਨੂੰ ਆਪਣੀ ਤਾਕਤ ਤੇ ਹੰਕਾਰ ਵਿੱਚ ਫਸਿਆ ਹੋਇਆ ਹੈ ਉਹ, ਇਸ ਕਰਕੇ ਜਿਹੜਾ ਆ ਉਹ ਜਿਹੜਾ ਆਪਣੇ ਆਪ ਨੂੰ ਬੜਾ ਤਾਕਤਵਰ ਸੂਰਮਾ ਸਮਝਦਾ ਹੈ ਅਤੇ ਉਹਨੂੰ ਕਹਿੰਦਾ ਕਿ ਕਿਸੇ ਉੱਤੇ ਜਿਹੜਾ ਆ ਉਹ ਡਰੇ ਨਾ। ਠੀਕ ਹੈ, ਉਹ ਇੱਕ ਆਪਣੇ ਆਪ ਨੂੰ ਸੂਰਮਾ ਕਹਾਉਂਦਾ ਪਿਆ ਹੈਗਾ ਅਤੇ ਉਹ ਕਹਿ ਰਿਹਾ ਹੈ ਕਿ ਆਪਣੇ ਜਿਹੜਾ ਆ ਉਹ ਆਪਣੇ ਨੇੜੇ ਢੁੱਕਣ ਵਾਲੇ ਉਸਦੇ ਭਰਾਵਾਂ ਨੂੰ ਜਿਹੜਾ ਉਹ ਮਾਰ ਸੁੱਟੇਗਾ, ਉਸ ਨੂੰ ਜੰਡ ਹੇਠ ਜਰਾ ਨੀਂਦ ਦਾ ਝੂਟਾ ਜਿਹੜਾ ਆ ਉਹ ਲੈਣ ਦੇ ਦੇਵੇ, ਉਹਨੂੰ ਘੜੀ ਕੋ ਸੌ ਲੈਣ ਦੇਵੇ, ਫਿਰ ਦੇਖੀ ਜਾਵੇਗੀ ਕਿ ਰੱਬ ਕੀ ਕਰਦਾ ਹੈ। ਉਸਨੇ ਕਿਹਾ ਕਿ ਜਿਹੜਾ ਉਸਨੂੰ ਹੁਣ ਦੀ ਘੜੀ ਜਿਹੜਾ ਆ ਜੇ ਉਹ ਸੌਣ ਲੈਣ ਦੇਵੇਗੀ ਤਾਂ ਅਗਲੀ ਘੜੀ ਜਿਹੜਾ ਆ ਅਗਲੇ ਹੀ ਪਲ ਅਗਲੇ ਹੀ ਸਮੇਂ ਜਿਹੜਾ ਆ ਉਸ ਨੂੰ ਦਾਨਾਬਾਦ ਲੈ ਜਾਵੇਗਾ। ਸਾਹਿਬਾ ਅੱਗੋਂ ਕਹਿ ਰਹੀ ਹੈ ਅੱਗੋਂ ਸਾਹਿਬਾ ਬੋਲਦੀ ਮਨ ਮਿਰਜ਼ੇ ਮੇਰੀ ਸਲਾਹ, ਚੜ ਬੱਕੀ ਨੂੰ ਭਾਵੀਂ ਰਾਹ ਖਰਲਾਂ ਦੇ ਲੈ ਚਲ ਦਾਨਾਬਾਦ, ਸਿਆਲਾਂ ਦੀਆਂ ਘੋੜੀਆਂ ਆਦਮ ਖਾਣੀਆਂ ਨਿਤ ਰੋਕ ਲੈਂਦੀਆਂ ਰਾਹ, ਜੇ ਤੂੰ ਮਿਰਜ਼ਾ ਸੂਰਮਾ ਮੇਰੀ ਸਾਹਿਬਾ ਦੀ ਓੜ ਨਿਭਾ। ਕਿ ਸਾਹਿਬਾ ਜਿਹੜੀ ਉਹ ਡਰੀ ਹੋਈ ਹੁੰਦੀ ਹੈ, ਇਸ ਕਰਕੇ ਜਿਹੜਾ ਆ ਉਹ ਮਿਰਜ਼ੇ ਨੂੰ ਬਾਰ-ਬਾਰ ਜਿਹੜਾ ਆ ਚੇਤਾਵਨੀ ਸਲਾਹ ਦੇ ਰਹੀ ਹੈ। ਪਰ ਜਿਹੜਾ ਹੁਣ ਅੱਗੇ ਉਹ ਸਾਹਿਬਾ ਕਹਿ ਰਹੀ ਹੈ ਮਿਰਜ਼ਾ ਜਿਹੜਾ ਸਾਹਿਬਾ ਦੀ ਮੰਨਦਾ ਨਹੀਂ ਹੈਗਾ, ਇਸ ਕਰਕੇ ਉਹਨੂੰ ਆਪਣੀ ਕਿਉਂਕਿ ਆਪਣੇ ਤਾਕਤ ਦੇ ਉੱਤੇ ਉਹਨੂੰ ਹੰਕਾਰ ਹੈਗਾ। ਠੀਕ ਹੈ, ਉਹ ਸੋ ਜਾਂਦਾ ਹੈ। ਤਾਂ ਫਿਰ ਉਸ ਤੋਂ ਬਾਅਦ ਸਾਹਿਬਾ ਕਹਿਣ ਲੱਗਦੀ ਹੈ ਕਿ ਜਿਹੜਾ ਕਿ ਉਹ ਇੱਥੋਂ ਜਿਹੜਾ ਆ ਆਪਣੀ ਬੱਕੀ ਨੂੰ ਜਿਹੜਾ ਆ ਉਹ ਖਰਲਾਂ ਦੀ ਰਾਹ ਜਿਹੜਾ ਆ ਉਹ ਪਾ ਲਵੇ। ਠੀਕ ਹੈ, ਬੱਕੀ ਨੂੰ ਦਾਨਾਬਾਦ ਦੇ ਰਾਹ ਪਾ ਕੇ ਉਸਨੂੰ ਉੱਥੇ ਲੈ ਚਲੇ, ਕਿਉਂਕਿ ਸਿਆਲਾਂ ਦੀਆਂ ਜਿਹੜੀਆਂ ਘੋੜੀਆਂ ਨੇ ਉਹ ਬੜੀਆਂ ਜ਼ਾਲਮ ਨੇ। ਠੀਕ ਹੈ, ਉਹ ਤਾਂ ਬੰਦਿਆਂ ਨੂੰ ਖਾ ਜਾਂਦੀਆਂ ਨੇ। ਜੇਕਰ ਉਸਨੇ ਜ਼ਰਾ ਵੀ ਦੇਰ ਕੀਤੀ ਹੋਈ ਤਾਂ ਬੱਕੀ ਦਾ ਰਾਹ ਰੋਕ ਲੈਣਗੀਆਂ ਅਤੇ ਉਸਨੂੰ ਅੱਗੇ ਨਹੀਂ ਜਾਣ ਦੇਣਗੀਆਂ। ਜੇਕਰ ਉਹ ਸੱਚਮੁੱਚ ਹੀ ਕੋਈ ਸੂਰਮਾ ਹੈਗਾ ਆ ਤਾਂ ਇਸ ਦੀ ਜਿਹੜਾ ਆ ਉਹ ਪ੍ਰੀਤ ਨੂੰ ਤੋੜ ਨਿਭਾਉਣ ਲਈ ਉਸਨੂੰ ਦਾਨਾਬਾਦ ਲੈ ਜਾਵੇ, ਕਿਉਂਕਿ ਸਾਹਿਬਾ ਨੂੰ ਪਤਾ ਕਿ ਉਸਦੇ ਭਰਾ ਜਿਹੜੇ ਨੇ ਉਹ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜ ਲੈਣਗੇ ਅਤੇ ਉਹ ਬਾਰ-ਬਾਰ ਜਿਹੜਾ ਮਿਰਜ਼ੇ ਨੂੰ ਜਿਹੜਾ ਉਹ ਸਲਾਹ ਦਿੰਦੀ ਹੈ। ਹੁਣ ਅੱਗੇ ਉਹ ਮਿਰਜ਼ਾ ਬੋਲ ਰਿਹਾ ਮਿਰਜ਼ਾ ਵਿੱਚ ਵੱਡਾ ਗੁਮਾਨ ਥਾ, ਫਿਰ ਸੋ ਗਿਆ ਜੰਡੇਰੋ ਦੇ ਪਾਸ, ਮੈਂ ਵੱਲ ਵੱਢ ਦੇਊਂਗਾ ਸੂਰਮੇ ਦੇਊਂਗਾ ਪੂਰ ਖਪਾ, ਮੈਨੂੰ ਝਟਕੂ ਡੌਂਕਾ ਲੈਣ ਦੇ ਤੇ ਮੈਨੂੰ ਸੁੱਤੇ ਨੂੰ ਨਾ ਜਗਾ,
दिन चढ़े नूं चलांगे तैनूं लै चलां दानाबाद। ਹੁਣ ਮਿਰਜ਼ਾ ਸਾਹਿਬਾ ਦੀ ਕੋਈ ਗੱਲ ਨਹੀਂ ਮੰਨਦਾ ਅਤੇ ਉਹ ਆਪਣੇ ਤਾਕਤ ਅਤੇ ਹੰਕਾਰ ਵਿੱਚ ਜੰਡ ਹੇਠ ਆ ਕੇ ਸੋ ਗਿਆ ਹੁੰਦਾ ਅਤੇ ਉਹਨੂੰ ਕਹਿਣ ਲੱਗਦਾ ਕਿ ਸੂਰਮਿਆਂ ਨੂੰ ਉਹ ਘੇਰ ਘੇਰ ਕੇ ਮਾਰੇਗਾ, ਉਹਨਾਂ ਦੇ ਪੁਰਾਂ ਦੇ ਪੁਰ ਖ਼ਤਮ ਕਰ ਦੇਵੇਗਾ। ਇਸ ਕਰਕੇ ਜਿਹੜਾ ਆ ਉਹਨੂੰ ਥੋੜ੍ਹੀ ਦੇਰ ਲਈ ਹੋਰ ਸੋ ਲੈਣ ਦੇ। ਜਦੋਂ ਵੀ ਦਿਨ ਚੜ੍ਹ ਗਿਆ ਉਹ ਉਸ ਨੂੰ ਦਾਨਾਬਾਦ ਲੈ ਜਾਵੇਗਾ। ਹੁਣ ਅੰਤ 'ਤੇ ਹੈ ਮਿਰਜ਼ੇ ਦੀ ਮੌਤ। ਹੋਣੀ ਮਿਰਜ਼ੇ ਦੇ ਕੁੱਤ ਪਈ ਰਲੀ ਸਿਆਲਾਂ ਦੇ ਨਾਲ, ਛੁੱਟੀ ਕਾਨੀ ਗਜ਼ਬ ਦੀ ਲੈ ਗਈ ਮਿਰਜ਼ੇ ਨੂੰ ਨਾਲ। ਰੂਹ ਮਿਰਜ਼ੇ ਦੀ ਨਿਕਲ ਗਈ ਲੱਗੀ ਜੰਡੋਰੇ ਨਾਲ, ਮੰਦਾ ਕੀਤਾ ਈ ਸਾਹਿਬਾ ਤੂੰ ਰਲ ਗਈ ਸਿਆਲਾਂ ਦੇ ਨਾਲ। ਠੀਕ ਹੈ, ਹੁਣ ਇਸ ਵਾਰਤਾਲਾਪ ਵਿੱਚ ਕੀ ਹੋਇਆ ਕਿ ਜਦੋਂ ਮਿਰਜ਼ਾ ਸੁੱਤਾ ਰਹਿੰਦਾ ਜੰਡ ਦੇ ਹੇਠਾਂ ਅਤੇ ਸਾਹਿਬਾ ਦੇ ਜਿਹੜੇ ਪਿੰਡ ਵਾਲੇ ਭਰਾ ਜਿਹੜੇ ਦੇ ਉਹਦਾ ਪਿੱਛਾ ਕਰਦੇ ਉਹਨਾਂ ਦੇ ਕੋਲ ਪਹੁੰਚ ਜਾਂਦੇ ਨੇ ਅਤੇ ਮਿਰਜ਼ੇ ਦੇ ਸਾਹਿਬਾਂ ਦੇ ਭਰਾ ਸ਼ਮੀਰ ਨੂੰ ਤੀਰ ਮਾਰਨ ਮਗਰੋਂ ਆਪਣੀ ਤਾਕਤ ਦੇ ਹੰਕਾਰ ਦੇ ਵਿੱਚ ਫਿਰ ਸੋ ਜਾਣ ਅਤੇ ਅੰਤ ਸੁੱਤੇ ਪਏ ਮਿਰਜ਼ੇ ਦੇ ਸਿਆਲਾਂ ਹੱਥੋਂ ਮਾਰੇ ਜਾਣ ਦਾ ਜ਼ਿਕਰ ਹੈ। ਕਿ ਦੱਸਦਾ ਹੈ ਕਿ ਜਦੋਂ ਹੋਣੀ ਜਿਹੜੀ ਸਮਾਂ ਜਿਹੜੀ ਮੌਤ ਜਿਹੜੀ ਹੈ, ਹੋਣੀ ਨੇ ਸੁੱਤੇ ਪਏ ਮਿਰਜ਼ੇ ਦੇ ਉੱਪਰ ਹਮਲਾ ਕਰ ਦਿੱਤਾ ਅਤੇ ਉਹ ਮਿਰਜ਼ੇ ਨੂੰ ਮਾਰਨ ਦੇ ਲਈ ਸਿਆਲਾਂ ਦੇ ਨਾਲ ਰਲ ਗਈ। ਅਤੇ ਮਿਰਜ਼ਾ ਜਿਹੜਾ ਸਾਹਿਬਾ ਨੂੰ ਕਹਿ ਰਿਹਾ ਹੈ ਕਿ ਤੂੰ ਜਿਹੜਾ ਮੈਨੂੰ ਮਾਰਨ ਵਾਸਤੇ ਸਿਆਲਾਂ ਦੇ ਨਾਲ ਰਲ ਗਈ ਅਤੇ ਸਿਆਲਾਂ ਵੱਲੋਂ ਇੱਕ ਕਹਿਰਾ ਜਿਹੜਾ ਤੀਰ ਜੋ ਛੁੱਟਿਆ ਉਹ ਮਿਰਜ਼ੇ ਦੀ ਜਾਨ ਜਿਹੜਾ ਆ ਉਹ ਕੱਢ ਕੇ ਲੈ ਗਿਆ ਹੋਇਆ। ਅਤੇ ਮਿਰਜ਼ਾ ਜਿਹੜਾ ਆ ਮਿਰਜ਼ੇ ਦੀ ਰੂਹ ਨਿਕਲ ਗਈ ਅਤੇ ਜੰਡ ਹੇਠ ਜਿਹੜਾ ਆ ਜਾ ਲੱਗੀ, ਜਿਸ ਜੰਡ ਦੇ ਹੇਠ ਉਹ ਸੁੱਤਾ ਹੋਇਆ ਸੀਗਾ। ਅਤੇ ਇਸ ਕਰਕੇ ਜਿਹੜਾ ਮਿਰਜ਼ਾ ਕਹਿ ਰਿਹਾ ਸੀਗਾ ਕਿ ਹੇ ਸਾਹਿਬਾ ਤੂੰ ਮੇਰੇ ਨਾਲ ਬਹੁਤ ਬੁਰਾ ਕੀਤਾ ਹੋਇਆ ਅਤੇ ਤੂੰ ਜਿਹੜਾ ਆ ਆਪਣੀ ਯਾਰ ਨੂੰ ਛੱਡ ਕੇ ਸਿਆਲਾਂ ਦੇ ਨਾਲ ਰਲ ਗਈ ਹੈ ਅਤੇ ਇਸ ਤਰ੍ਹਾਂ ਤੂੰ ਜਿਹੜਾ ਉਸ ਨੂੰ ਮਰਵਾ ਦਿੱਤਾ ਹੈ। ਹੁਣ ਅਸੀਂ ਕਰਦੇ ਹਾਂ ਅਭਿਆਸ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ, ਪੇਲੂ ਦਾ ਲਿਖਿਆ ਕਿਹੜਾ ਕਿੱਸਾ ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਿਲ ਹੈ? ਤਾਂ ਉੱਤਰ ਹੈ ਮਿਰਜ਼ਾ ਸਾਹਿਬਾ। ਦੂਸਰਾ, ਕਿੱਸਾ ਮਿਰਜ਼ਾ ਸਾਹਿਬਾ ਵਿੱਚ ਮਿਰਜ਼ੇ ਨੂੰ ਘਰੋਂ ਜਾਣ ਸਮੇਂ ਕੌਣ ਸਮਝਾਉਂਦਾ ਹੈ? ਮਾਂ ਜਿਹੜੀ ਉਹ ਮਿਰਜ਼ੇ ਨੂੰ ਸਮਝਾਉਂਦੀ ਹੈ। ਵੰਜਲ ਮਿਰਜ਼ੇ ਦਾ ਕੀ ਲੱਗਦਾ ਸੀ? ਤਾਂ ਵੰਜਲ ਮਿਰਜ਼ੇ ਦਾ ਬਾਪੂ ਪਿਤਾ ਲੱਗਦਾ ਸੀ। ਮਿਰਜ਼ਾ ਕਿਸ ਤੋਂ ਕਿੱਲੀਆਂ ਪ੍ਰਾਪਤ ਕਰਦਾ ਹੈ? ਮਿਰਜ਼ਾ ਜਾਮ ਲੋਹਾਰ ਤੋਂ ਆਪਣੀਆਂ ਜਿਹੜੀਆਂ ਨੇ ਉਹ ਕਿੱਲੀਆਂ ਪ੍ਰਾਪਤ ਕਰਦਾ ਹੈ। ਮਿਰਜ਼ਾ ਤੇ ਸਾਹਿਬਾ ਦਰਮਿਆਨ ਕਿਸ ਪਸ਼ੂ ਸੰਬੰਧੀ ਵਾਰਤਾਲਾਪ ਹੁੰਦੀ ਹੈ? ਬੱਕੀ ਜਾਂ ਘੋੜੀ। ਪੰਜਾਬੀ ਕਿੱਸਾ ਕਾਵਿ ਅਨੁਸਾਰ ਜੰਡ ਹੇਠ ਸੋ ਰਹੇ ਕਿਸ ਪ੍ਰੀਤ ਨਾਇਕ ਨੂੰ ਮਾਰਿਆ ਜਾਂਦਾ ਹੈ? ਰਾਂਝਾ, ਮਿਰਜ਼ਾ, ਪੁੰਨੂ ਤੇ ਮਜਨੂ। ਤਾਂ ਇਸ ਦਾ ਉੱਤਰ ਹੈ ਮਿਰਜ਼ਾ। ਮਿਰਜ਼ੇ ਨੂੰ ਜੰਡ ਹੇਠ ਸੌਣ ਤੋਂ ਕੌਣ ਰੋਕਦਾ ਹੈ? ਤਾਂ ਸਾਹਿਬਾ ਜਿਹੜੀ ਉਹ ਮਿਰਜ਼ੇ ਨੂੰ ਸੌਣ ਤੋਂ ਰੋਕਦੀ ਹੈ। ਕਿੱਸੇ ਅਨੁਸਾਰ ਮਿਰਜ਼ਾ ਕਿੱਥੋਂ ਦਾ ਰਹਿਣ ਵਾਲਾ ਸੀ? ਤਾਂ ਮਿਰਜ਼ਾ ਰਹਿਣ ਵਾਲਾ ਸੀ ਪਿੰਡ ਦਾਨਾਬਾਦ ਦਾ।